ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਕੈਨੇਡਾ ਦੇ ਵਿੱਚ ਜੋ ਮੁੱਖ ਹਦਾਇਤਾਂ ਨੇ ਉਹਨਾਂ ਦੇ ਵਿੱਚ ਅਹਿਮ ਹੈ ਕਿ ਜੋ ਵੀ ਇੰਟਰਨੈਸ਼ਨਲ ਯਾਤਰੀ ਆਉਂਦੇ ਨੇ ਕੈਨੇਡਾ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਨੂੰ 14 ਦਿਨ ਦੇ ਵਾਸਤੇ ਕੁਆਰੰਟਾਈਨ ਤਾਂ ਕਰਨਾ ਹੀ ਪੈਂਦਾ ਤੇ ਨਾਲ ਹੀ ਹੋਰ ਵੀ ਹਦਾਇਤਾਂ ਨੇ ਜਿਵੇਂ ਕਿ ਹੋਟਲ ਦੀ ਤੇ ਕੋਵਿਡ-19 ਦੇ ਟੈਸਟ ਦੀ। ਪਰ ਜਦੋਂ 14 ਦਿਨ ਇੱਕ ਥਾਂ ਦੇ ਉੱਤੇ ਰਹਿਣਾ ਪੈਂਦਾ ਹੈ ਤਾਂ ਉਸ ਮੌਕੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਸ ਦੇ ਵਿੱਚ ਜੋ ਮਾਨਸਿਕ ਪਰੇਸ਼ਾਨੀ ਹੈ ਉਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ ਇੱਕੋ ਥਾਂ ਦੇ ਉੱਤੇ ਰਹਿਣ ਦੇ ਨਾਲ ਜੋ ਉਹਨਾਂ ਨੂੰ ਬੋਡੀ ਪੇਨ ਹੈ ਤੇ ਪਿੱਠ ਦਰਦ ਜਾਂ ਫਿਰ ਹੋਰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਤੇ ਇਸੇ ਨੂੰ ਲੈ ਕੇ ਅਸੀਂ ਇੱਕ ਤੁਹਾਡੇ ਲਈ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਉਮੀਦ ਹੈ ਕਿ ਤੁਹਾਡੇ ਵਾਸਤੇ ਇਹ ਮਦਦਗਾਰ ਸਾਬਤ ਹੋਵੇਗੀ, ਜਿਸ ਦੇ ਲਈ ਸਰਟੀਫਾਈਡ ਯੋਗਾ ਇੰਸਟ੍ਰਕਟਰ ਦੇ ਵੱਲੋਂ ਦੱਸਿਆ ਜਾਵੇਗਾ ਕਿ ਆਖਿਰ ਇਹਨਾਂ 14 ਦਿਨ ਦੇ ਦੌਰਾਨ ਜੇਕਰ ਤੁਸੀਂ ਇੱਕ ਥਾਂ ਦੇ ਉੱਤੇ ਰਹਿ ਰਹੇ ਹੋ ਤਾਂ ਸਵੇਰ ਤੇ ਸ਼ਾਮ ਕਿਹੜੀਆਂ ਮੁੱਖ ਗੱਲਾਂ ਦਾ ਤੁਸੀਂ ਧਿਆਨ ਰੱਖੋ। ਫਿਰ ਬੇਸ਼ੱਕ ਉਹ ਖਾਣ ਪੀਣ ਨੂੰ ਲੈ ਕੇ ਹੋਵੇ, ਬੇਸ਼ੱਕ ਕੋਈ ਜਿਹੜਾ ਐਕਸਰਸਾਈਜ਼ ਕਰਨ ਨੂੰ ਲੈ ਕੇ ਤੇ ਨਾਲ ਹੀ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਹੈ ਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੁਝ ਗੱਲਾਂ ਅਹਿਮ ਦੱਸੀਆਂ ਗਈਆਂ ਨੇ। ਸਰਟੀਫਾਈਡ ਯੋਗਾ ਇੰਸਟ੍ਰਕਟਰ ਅਮਨ ਸੂਦ ਜਿਨ੍ਹਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਤੁਹਾਨੂੰ ਸੁਣਾਉਂਦੇ ਹਾਂ ਕਿ ਉਹਨਾਂ ਦੇ ਵੱਲੋਂ ਕਿਹੜੀਆਂ ਮੁੱਖ ਗੱਲਾਂ ਕਹੀਆਂ ਗਈਆਂ ਨੇ ਜਿਨ੍ਹਾਂ ਦਾ ਤੁਸੀਂ ਜੇਕਰ ਧਿਆਨ ਰੱਖੋ ਤਾਂ ਇਹਨਾਂ 14 ਦਿਨ ਦੇ ਵਿੱਚ ਇੱਕ ਥਾਂ ਦੇ ਉੱਤੇ ਰਹਿਣਾ ਤੁਹਾਡੇ ਲਈ ਕੁਝ ਕੁ ਆਸਾਨ ਹੋ ਸਕਦਾ ਹੈ। ਹੁਣ ਜਿਹੜੀ ਪ੍ਰੋਬਲਮ ਆਉਂਦੀ ਹੈ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਵੀ ਜਾਂ ਕੁਆਰੰਟਾਈਨ ਕਰਦੇ ਹੋਏ ਵੀ, ਉਹ ਹੈਗੀ ਹੈ ਬੈਕ ਦੀ ਪ੍ਰੋਬਲਮ। ਆਪਾਂ ਖਾਈ ਜਾਂਦੇ ਹਾਂ ਲੇਕਿਨ ਪ੍ਰੈਕਟਿਸ ਕਰਦੇ ਨਹੀਂ ਹੈਗੇ। ਗੈਸ ਦੀ ਪ੍ਰੋਬਲਮ ਹੁੰਦੀ ਹੈ। ਗੈਸ ਕੀ ਹੈ, ਉਹ ਪੂਰੀ ਬੈਕ ਦੇ ਵਿੱਚ ਘੁੰਮਦੀ ਹੈ। ਜਿੱਥੇ ਜਿੱਥੇ ਗੈਸ ਘੁੰਮ ਸਕਦੀ ਹੈ ਪੇਟ ਦੇ ਨਾਲ ਬੈਕ ਮਸਲ ਕਨੈਕਟਡ ਹੋਣ ਕਰਕੇ ਬੈਕ ਦੀ ਪ੍ਰੋਬਲਮ ਈਜ਼ੀਲੀ ਹੋ ਜਾਂਦੀ ਹੈ। ਤਾਂ ਉਹਦੇ ਲਈ ਸਭ ਤੋਂ ਈਜ਼ੀ ਐਕਸਰਸਾਈਜ਼ ਦੇਣ ਵਾਲਾ ਮੈਂ, ਤੁਸੀਂ ਧਿਆਨ ਨਾਲ ਮੇਰੇ ਨਾਲ ਕਰ ਸਕਦੇ ਹੋ। ਮੈਂ ਤੁਹਾਨੂੰ 5-10 ਵਾਰ ਕਰਕੇ ਦਿਖਾਉਣਾ ਹੈ। ਸਭ ਤੋਂ ਪਹਿਲਾਂ ਆਪਾਂ ਗੋਡਿਆਂ 'ਤੇ ਬਹਿਣਾ। ਜਿਨ੍ਹਾਂ ਦੇ ਗੋਡਿਆਂ ਵਿੱਚ ਦਰਦ ਹੈ ਉਹ ਆਪਣੇ ਨੀਚੇ ਕੋਈ ਸਰਾਣਾ ਜਾਂ ਤੌਲੀਆ ਰੱਖ ਸਕਦੇ ਹੈ ਗੋਡਿਆਂ ਨੀਚੇ। ਅਗਰ ਨਹੀਂ ਹੈ ਤਾਂ ਮੇਰੀ ਤਰ੍ਹਾਂ ਸਿਰਫ ਇੱਥੇ ਤੋਂ ਇੱਕ ਕੂਹਣੀ ਤੋਂ ਹੱਥ ਤੱਕ ਦਾ ਫਾਸਲਾ ਲੈ ਕੇ ਆਪਣੇ ਹੱਥਾਂ ਨੂੰ ਪਲੇਸ ਕਰੋ। ਸਿੰਪਲ ਸਾਹ ਲੈਂਦੇ ਹੋਏ ਚਿਹਰੇ ਨੂੰ ਉੱਤੇ ਚੁੱਕੋ ਤੇ ਲੱਤ ਉੱਪਰ ਹਵਾ 'ਚ ਇਨਹੇਲ। ਸਾਹ ਨੂੰ ਅੰਦਰ ਹੀ ਹੋਲਡ ਰੱਖੋ ਜਦ ਤੱਕ ਲੱਤ ਉੱਪਰ ਹੈ। ਐਕਸਲ ਕਰਦੇ ਹੋਏ ਗੋਡੇ ਤੇ ਸਿਰ ਨੂੰ ਟੱਚ ਕਰਨ ਦੀ ਕੋਸ਼ਿਸ਼। ਟੱਚ ਹੋਵੇ ਚਾਹੇ ਨਾ ਹੋਵੇ, ਤੁਸੀਂ ਆਪਣਾ 100% ਐਫਰਟ ਕਰਨਾ ਹੀ ਕਰਨਾ ਹੈ। ਸਾਹ ਲੈਂਦੇ ਹੋਏ ਲੱਤ ਉੱਤੇ, ਸਾਹ ਛੱਡਦੇ ਹੋਏ ਗੋਡੇ ਤੇ ਸਿਰ ਨੂੰ ਮਿਲਾਓ। ਸਾਹ ਲੈਂਦੇ ਹੋਏ ਲੱਤ ਉੱਤੇ, ਪ੍ਰੈਸ਼ਰ ਲੋਅਰ ਬੈਕ ਤੇ ਆਏਗਾ। ਸਾਹ ਛੱਡਦੇ ਹੋਏ ਪੂਰਾ ਇਫੈਕਟ ਕੋਰ ਮਸਲ ਤੇ ਹੋਏਗਾ। ਇਨਹੇਲ ਅਪ, ਐਕਸਲ ਨੰਬਰ 4। ਐਕਸਰਸਾਈਜ਼ ਆਪਾਂ ਨੇ ਦੂਜੀ ਲੱਤ ਤੋਂ ਰਿਪੀਟ ਕਰਨੀ ਹੈ 10 ਵਾਰ। 10 ਵਾਰ ਕਰਕੇ ਤੁਸੀਂ ਰੈਸਟ ਕਰਨਾ ਹੈ। ਉਸ ਤੋਂ ਬਾਅਦ ਇਸ ਦੇ 3 ਸੈੱਟ ਕਰਨੇ ਹੈ ਇਸੇ ਤਰੀਕੇ ਦੇ ਨਾਲ। ਇਹ ਹੈਗੀ ਹੈ ਬੈਕ ਪੇਨ ਦੇ ਲਈ। ਇਸ ਤੋਂ ਬਾਅਦ ਲਾਸਟ ਐਕਸਰਸਾਈਜ਼ ਬੈਕ ਪੇਨ ਲਈ ਮੈਂ ਦੱਸਦਾ। ਜਿਨ੍ਹਾਂ ਨੂੰ ਜ਼ਿਆਦਾ ਪੇਨ ਹੈ, ਬੜੇ ਹੈ, ਬਜ਼ੁਰਗ ਹੈ, ਉਹ ਵੀ ਕਰ ਸਕਦੇ ਹੈ। ਤੁਸੀਂ ਪਿੱਠ ਦੇ ਭਾਰ ਲੇਟ ਜਾਣਾ, ਗੋਡਿਆਂ ਨੂੰ ਫੋਲਡ ਕਰਨਾ, ਖੱਬੇ ਪੈਰ ਦੀ ਤਲੀ ਨੂੰ ਸੱਜੇ ਗੋਡੇ ਦੇ ਉੱਤੇ ਰੱਖਣਾ, ਸੱਜੇ ਹੱਥ ਦੇ ਸਹਾਰੇ ਨਾਲ ਲੈਫਟ ਗੋਡੇ ਨੂੰ ਫੜਨਾ, ਟਵਿਸਟ ਪੂਰਾ ਟਵਿਸਟ ਕਰਨੀ ਹੈ ਹਿਪ ਨੂੰ ਰਾਈਟ ਸਾਈਡ ਐਂਡ ਲੁੱਕ ਟੂ ਦ ਲੈਫਟ ਸਾਈਡ। ਕੰਡੀਸ਼ਨਸ ਧਿਆਨ ਰੱਖਣੀ ਹੈ ਕਿ ਸ਼ੋਲਡਰ ਨਹੀਂ ਚੁੱਕਣਾ ਹੈ। ਸਾਹ ਛੱਡਦੇ ਹੋਏ ਗੋਡੇ ਨੂੰ ਹੋਰ ਜਿੰਨਾ ਜ਼ਮੀਨ ਦੇ ਖੁੱਲ੍ਹ ਜਾ ਸਕਦੇ ਹੈ ਲੈ ਕੇ ਜਾਣਾ ਹੈ। ਧੱਕਾ ਬਿਲਕੁਲ ਨਹੀਂ ਕਰਨਾ। ਸਾਹਾਂ ਨੂੰ ਵਾਚ ਕਰਨਾ ਹੈ। ਸਾਹ ਛੱਡਦੇ ਹੋਏ ਨੀਚੇ, ਸਾਹ ਲੈਂਦੇ ਹੋਏ ਉਸ ਨੂੰ ਸਥਿਰ ਰੱਖੋ। ਸਾਹ ਛੱਡਦੇ ਹੋਏ ਹੋਰ ਨੀਚੇ, ਸਾਹ ਲੈਣਾ,
शरीर अपने आप खुलेगा, धक्का नहीं करना है। इसी तरह वापस, देन चेंज योर लेग। सिंपल ट्विस्ट करना है, लुक टू द राइट, शोल्डर नहीं चुकना किसी भी हाल च, साह लेना है, साह छड़ते हुए नीचे, साह लेना है थे ते साह छड़ना है। That's it। यही प्रैक्टिस नूं तुसीं चेंज करके 3 सैट तो 5 सैट कर सकते हो। बैक पेन दे लई क्वारंटाइन दे विच जां घर दे विच भी रहिंदे हो, ये सब तो वधिया इफैक्टिव एक्सरसाइज है और सब तो सेफ एक्सरसाइज है। ये दोनों एक्सरसाइजां नूं कोई भी बंदा कर सकता है, हर कोई बंदा, इनकलूडिंग बैक हरनिया, डिस्क आर्थराइटिस, कोई भी प्रकार की प्रॉब्लम बैक की, वो इस एक्सरसाइजां नूं सेफली कर सकता है, 100% कर सकता है। ईवन कि फिजियोथेरेपिस्ट भी ये एक्सरसाइजां रिकमेंड करते हैं। ਆਪਾਂ स्ट्रैस मैनेजमेंट की गल करते हैं। स्ट्रैस मैनेजमेंट ਜਦੋਂ भी ਆਪਾਂ 14 दिन का क्वारंटाइन करते हैं ਜਾਂ डेली लाइफ ਦੇ ਵਿੱਚ ਵੀ ਆਪਾਂ ਨੂੰ ਬਹੁਤ स्ट्रैस ਹੁੰਦਾ ਹੈ, ਤਾਂ ਉਸ ਦੇ ਵਿੱਚ ਬਰੀਥਿੰਗ ਜਿਹੜੀ ਹੈ ਟੈਕਨੀਕਲ ਹੈ। ਆਕਸੀਜਨ ਲੈਵਲ ਜਿਹੜਾ स्ट्रैस ਦੇ ਨਾਲ ਬਹੁਤ ਘਟ ਜਾਂਦਾ ਹੈ। ਆਕਸੀਜਨ ਲੈਵਲ ਘਟਣਾ, ਇਸ ਦਾ ਅਰਥ ਸਿੱਧਾ ਹੈ ਕਿ ਆਪਣੇ ਬੋਡੀ ਮੈਕੈਨਿਜ਼ਮ ਹੈ ਜਿਹੜਾ ਉਹ ਘੱਟ ਕੰਮ ਕਰੇਗਾ, ਡਾਈਜੈਸ਼ਨ 'ਤੇ ਇਫੈਕਟ ਪਏਗਾ ਜਾਂ ਆਪਾਂ ਨੂੰ ਹੋਰ ਸਰੀਰਕ ਜੋ ਵੀ ਰੋਗ ਹੈ ਉਹਨਾਂ ਦੀ ਦਿੱਕਤ ਆਏਗੀ। ਹੁਣ ਆਪਾਂ ਨੇ ਸਟ੍ਰੈਸ ਮੈਨੇਜਮੈਂਟ ਨੂੰ ਜੇ ਕੰਟਰੋਲ ਕਰ ਲਿਆ ਤਾਂ ਆਪਣੀ ਅਦਰਸ ਪ੍ਰੋਬਲਮ, ਇਮਿਊਨਿਟੀ ਸਿਸਟਮ ਬਹੁਤ ਈਜ਼ੀਲੀ ਵੱਧ ਜਾਂਦਾ ਹੈ। ਇਸ ਦੇ ਲਈ ਸਭ ਤੋਂ ਵਧੀਆ ਐਕਸਰਸਾਈਜ਼ ਯੋਗਾ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਯੋਗਾ ਦੇ ਵਿੱਚ ਸਿਰਫ ਤੁਸੀਂ ਜਲੰਧਰ ਬੰਦ ਲਾਣਾ ਹੈ, ਆਪਣੀ ਠੋਡੀ ਨੂੰ ਚੈਸਟ ਦੇ ਨਾਲ ਟੱਚ ਕਰਨਾ ਹੈ, ਹੱਥਾਂ ਨੂੰ ਗੋਡਿਆਂ 'ਤੇ ਰੱਖਣਾ ਹੈ, ਸਾਹ ਨੂੰ ਅੰਦਰ ਭਰਨਾ ਹੈ, ਅੰਦਰ ਭਰ ਕੇ ਪੂਰਾ ਅੰਦਰ ਹੋਲਡ ਕਰ ਲਓ, ਪੇਟ ਨੂੰ ਅੰਦਰ ਖਿੱਚਣ ਦੀ ਕੋਸ਼ਿਸ਼ ਕਰੋ। ਜਦੋਂ ਸਾਹ ਹੋਲਡ ਨਹੀਂ ਹੋ ਸਕਦਾ, ਐਕਸੇਲ ਕਰਨਾ ਨੱਕ ਦੇ ਥਰੂ ਤੇ ਪੇਟ ਹੋਰ ਅੰਦਰ ਜਾਊਗਾ। यही टेक्निक है, इसनों आपां घट्टो घट्ट 10 मिनट करना है। मैं तुहानूं 2 बार करके दिखाना है, तुसीं समझण दी कोशिश करियो प्रैक्टिस दे अभ्यास नूं। पहला मैं साह लिया, ठोडी नूं उत्ते नहीं चुकना, एक बारी टच कर दिया, थायराइड ग्लैंड लॉक करना है, इनहेल करिया, यही अभ्यास सिर्फ 10 मिनट नॉन स्टॉप करना है। 10 मिनट के अभ्यास के विच थोड़ा स्ट्रैस बिल्कुल खत्म हो जाता है, ऑक्सीजन लेवल बॉडी के विच फुल 100% भर जाती है। इम्यूनिटी सिस्टम जो कि इस टाइम पैंडमिक दे विच डॉक्टर भी कहते हैं कि 5 सेकंड तो ज़्यादा अगर तुसी होल्डिंग पावर नहीं है तो थोड़ा इम्यूनिटी सिस्टम कमज़ोर है। इस दे विच की करना है, साह नूं लेना है, ठोडी नूं इत्थे चैस्ट दे नाल टच रखना है, साह नूं लेके साह नूं रोकना है, जिन्ना लंबा रोक सकते हो रोक के रखो। उस तो बाद साह नूं नक दे नाल बाहर कढो, पेट नूं होर अंदर खिंचो, बाहर ही रोक के रखो, नहीं रुकदा फिर नक दे थ्रू साह लो, प्रोसैस नूं कंटिन्यू करते जाओ। एटलीस्ट 10 मिनट्स लाइफ दे विच डेली अगर तुसीं ये अभ्यास करदे हो, तुहाडा इम्यूनिटी सिस्टम बहुत ही स्ट्रोंग रहना है तो स्ट्रैस लेवल बहुत घट जाना है। ये तो हैगी स्ट्रैस दे लई ब्रीदिंग एक्सरसाइज नंबर 1। मैडिकली जो पेशेंट्स जिदा हार्ट के पेशेंट हैं ਜਾਂ जिन्हां नूं एपीलैप्सी है ਜਾਂ हाई ब्लड प्रेशर है, वो थोड़ा जा होल्डिंग नूं घटा के कर सकते हैं, ज़्यादा ज़बरदस्ती नहीं करनी, लंबे खिंचण के चक्कर दे विच ब्लड प्रेशर नूं वधाना नहीं हैगा। जे तुहाडी कैपेसिटी 1 मिनट की रोकण दी है तो कोशिश करो 30 सैकेंड ही रोको, ज़्यादा ना रोको।
ਕਿਉਂਕਿ ਇਸ ਨੂੰ ਜਿੰਨਾ ਤੁਸੀਂ ਹੋਲਡਿੰਗ ਪਾਵਰ ਵਧਾਉਂਦੇ ਜਾਓਗੇ ਬਲੱਡ ਪ੍ਰੈਸ਼ਰ ਨੇ ਇਨਕਰੀਜ਼ ਹੋਣਾ ਹੈ। ਹਾਂਜੀ, ਲੋ ਬਲੱਡ ਪ੍ਰੈਸ਼ਰ ਦੇ ਲਈ ਇਹ ਬਹੁਤ ਹੀ ਬੈਨੀਫੀਸ਼ੀਅਲ ਬਰੀਥਿੰਗ ਟੈਕਨੀਕ ਹੈ। ਹਰ ਕੋਈ ਬੰਦਾ ਇਸ ਨੂੰ ਕਰ ਸਕਦਾ ਹੈ, ਬੜਾ ਬਜ਼ੁਰਗ ਬੱਚਾ ਹਰ ਕੋਈ ਇਸ ਨੂੰ ਜੋ ਵੀ ਹੈ ਉਹ ਕਰ ਸਕਦਾ ਹੈ। ਬਟ ਫਿਰ ਵੀ ਅਗਰ ਕੋਈ ਹੈਲਥ ਇਸ਼ੂ ਹੈ, ਆਪਣੇ ਡਾਕਟਰ ਦੀ ਐਡਵਾਈਸ ਲੈਣੀ ਹੈ ਕਿ ਉਸਨੇ ਕਰਨਾ ਹੈ ਜਾਂ ਨਹੀਂ ਕਰਨਾ ਹੈ। ਅਸੀਂ ਇਹ ਜਿਹੜੀ ਐਕਸਰਸਾਈਜ਼ ਹੈ ਇਹ ਨੋਰਮਲ ਪਰਸਨ ਲਈ ਜਿਹੜੇ ਪੈਂਡੇਮਿਕ ਦੇ ਵਿੱਚ ਆਪਣਾ ਫਸੇ ਹੋਏ ਹੈ ਜਾਂ ਫਿਰ ਜਿਨ੍ਹਾਂ ਦੇ ਕੋਲ ਡੇਲੀ ਲਾਈਫ ਦੇ ਵਿੱਚ ਆ ਕੇ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਹੈ, ਉਹਨਾਂ ਦੇ ਲਈ ਨੋਰਮਲ ਹੈਲਥ ਇਸ਼ੂਜ਼ ਦੇ ਲਈ ਆਪਾਂ ਨੇ ਇਹ ਪ੍ਰੈਕਟਿਸ ਦਿੱਤੀ ਹੈ। ਕਿਸੇ ਨੂੰ ਹੈਲਥ ਇਸ਼ੂ ਹੈ ਉਹ ਕੰਸਰਨ ਕਰੇ ਡਾਕਟਰ ਦੇ ਨਾਲ ਜਾਂ ਸਾਡੇ ਨਾਲ ਪਰਸਨਲੀ। ਡਾਈਟ ਜਿਹੜੀ ਆਹਾਰ, ਜੈਸਾ ਆਹਾਰ ਤੈਸਾ ਵਿਹਾਰ, ਇਹ ਆਪਣੇ ਵੇਦਾਂ ਦੇ ਵਿੱਚ ਬੜੇ ਈਜ਼ੀਲੀ ਆਪਾਂ ਨੂੰ ਸਮਝ ਆਉਂਦਾ ਹੈ ਕਿ ਜੋ ਖਾਵਾਂਗੇ ਤੈਸਾ ਹੀ ਆਪਣਾ ਵਿਵਹਾਰ ਬਣ ਜਾਂਦਾ ਹੈ। ਆਪਾਂ ਅਗਰੈਸਿਵ ਖਾਵਾਂਗੇ, दारू ਪੀਵਾਂਗੇ ਜਾਂ ਕੋਈ ਐਗਰੈਸਿਵ ਖਾਣਾ ਖਾਂਦੇ ਹਾਂ ਜਿਹੜਾ ਲੇਟ ਹਜਮ ਹੋਣ ਵਾਲਾ ਹੈ, ਤਾਂ ਆਪਣੀ ਬੋਡੀ ਕੀ ਹੈ ਸੁਸਤ ਹੋ ਜਾਂਦੀ ਹੈ। ਬੋਡੀ 'ਤੇ ਇਫੈਕਟ, ਵਿਵਹਾਰ 'ਤੇ ਇਫੈਕਟ ਉਸੇ ਤਰੀਕੇ ਦਾ ਆਉਂਦਾ ਹੈ। ਤਾਂ ਜੋ ਵੀ ਆਪਾਂ ਨੇ ਖਾਣਾ ਹੈ, ਹੁਣ ਡਿਪੈਂਡ ਕਰਦਾ ਉਸਦੀ ਏਜ ਕਿੰਨੀ ਹੈ, weight ਕਿੰਨਾ ਹੈ ਅਤੇ ਹਾਈਟ ਕਿੰਨੀ ਹੈ। ਨੋਰਮਲੀ ਲਾਈਫ ਸਟਾਈਲ ਦੇ ਵਿੱਚ ਆਪਾਂ 1500 ਕੈਲਰੀਜ਼ ਜਿਹੜੀਆਂ ਹੁੰਦੀਆਂ ਨੋਰਮਲੀ ਨੈਚੁਰਲੀ ਆਪਾਂ ਲੈ ਸਕਦਾ, ਹਰ ਬੰਦਾ ਲੈ ਸਕਦਾ ਹੈ। ਜੇ ਹਰ ਬੰਦਾ ਉਸ ਕੈਲਰੀ ਲੈਵਲ ਨੂੰ ਕਾਊਂਟ ਕਰਦਾ ਹੈ ਤਾਂ ਉਹ ਅਨਫਿਟ ਕਦੇ ਵੀ ਨਹੀਂ ਹੋਏਗਾ। ਹੁਣ ਪਰਸਨਸ ਕਰਦੇ ਕੀ ਹੈ, ਲੋਕ ਕੀ ਕਰਦੇ ਹੈ, ਲੋਕ ਕਰਨਾ ਉਹਨਾਂ ਨੇ ਪ੍ਰੈਕਟਿਸ ਕੁਛ ਨਹੀਂ ਹੈਗੀ, ਘਰ ਬੈਠੇ ਹੈ, ਟੀਵੀ ਦੇਖਣਾ ਹੈ, ਟੀਵੀ ਦੇਖ ਦੇਖ ਕੇ ਜਾਂ ਕੰਪਿਊਟਰ ਦੇਖ ਦੇਖ ਕੇ ਮਾਨਸਿਕ ਤੌਰ 'ਤੇ ਉਹ ਥੱਕ ਜਾਂਦੇ ਹੈ। ਖਾਣਾ ਪੀਜ਼ੇ ਇੱਕ ਪੀਜ਼ੇ 'ਚ ਘੱਟੋ ਘੱਟ ਨਹੀਂ ਤਾਂ 5000 ਕੈਲਰੀਜ਼ ਹੈ। ਜੇ ਤੁਸੀਂ ਇੱਕ ਪੀਜ਼ਾ ਪੂਰਾ ਖਾ ਜਾਂਦੇ ਹੋ ਤਾਂ ਉਹ ਟੂ ਮੱਚ ਹੈ। ਆਪਾਂ ਉਸ ਸਟੋਰ ਐਨਰਜੀ ਨੂੰ ਯੂਟੀਲਾਈਜ਼ ਨਹੀਂ ਕਰ ਸਕਦੇ, ਬਿਕੋਜ਼ ਸਟਮਕ ਐਸਿਡ ਦੀ ਇੱਕ ਲਿਮਿਟ ਹੁੰਦੀ ਹੈ ਆਪਣੇ ਖਾਣੇ ਨੂੰ ਹਜਮ ਕਰਨ ਦੀ 24 ਘੰਟੇ 'ਚ। ਜਦੋਂ ਤੁਸੀਂ ਉਸਨੂੰ ਐਕਸੈਸ ਰੂਪ 'ਚ ਕਰੋਗੇ ਉਹ ਖਾਣਾ ਐਸਿਡ ਜਿਹੜੇ ਹੈ ਉਸ ਖਾਣੇ ਨੂੰ ਹਜਮ ਨਹੀਂ ਕਰ ਪਾਉਂਦੇ। ਤਾਂ ਸਾਰਿਆਂ ਨੂੰ ਇੱਕੋ ਇੱਕ ਰਿਕੁਐਸਟ ਹੈ ਕਿ ਖਾਣਾ ਉਨਾ ਖਾਓ ਜਿੰਨਾ ਤੁਸੀਂ ਹਜਮ ਕਰ ਪਾਓ, ਔਰ ਉਹ ਇਮੀਡੀਏਟਲੀ ਡਾਈਜੈਸਟ ਹੋਣ ਵਾਲਾ ਖਾਣਾ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਤੁਸੀਂ ਖਾਣਾ ਖਾ ਕੇ ਇੱਕਦਮ ਬੈੱਡ 'ਤੇ ਸੁਸਤ ਹੋ ਰਹੇ ਹੋ। ਖਾਣਾ ਯੋਗਾ ਦੇ ਵਿੱਚ ਦੱਸਿਆ ਗਿਆ ਹੈ ਕਿ 50% ਅਗਰ ਤੁਸੀਂ ਸਥੂਲ ਖਾ ਰਹੇ ਹੋ, 25% ਪਾਣੀ ਲਈ ਆਪਣੇ ਖਾਲੀ ਰੱਖੋ, 25% ਪੇਟ ਨੂੰ ਜਮੇ ਹੀ ਖਾਲੀ ਰਹਿਣ ਦਿਓ ਤਾਂ ਕਿ ਗੈਸਿਸ ਜਿਹੜੀਆਂ ਉਹ ਰੋਟੇਟ ਹੁੰਦੀਆਂ ਰਹਿਣ। ਇਹ ਨਾ ਹੋਵੇ ਕਿ ਤੁਸੀਂ ਐਨ ਨੱਕੋ ਨੱਕ ਭਰ ਕੇ ਖਾਈਏ। ਸਪੈਸ਼ਲੀ ਕੁਆਰੰਟਾਈਨ ਦੇ ਵਿੱਚ ਮੈਂ ਰეკਮੈਂਡ ਕਰੂੰਗਾ ਰਾਤ ਦਾ ਖਾਣਾ ਕੁਇਟ ਕੀਤਾ ਜਾਵੇ ਤਾਂ ਕਿ ਇਮਿਊਨਿਟੀ ਸਿਸਟਮ ਸਟਰੋਂਗ ਰਹੇ। ਸ਼ਾਮ ਨੂੰ 5 ਵਜੇ ਤੋਂ ਬਾਅਦ ਖਾਣਾ ਨਹੀਂ ਖਾਣਾ ਚਾਹੀਦਾ। ਇਟ ਇਜ਼ ਮੋਰ ਡੇਂਜਰਸ ਟੂ ਕਲੈਕਟ ਦ ਟੌਕਸਿਨਸ ਜਿਹੜੇ ਹੈ ਉਹ ਤਦ ਹੀ ਆਪਣਾ ਕਲੈਕਟ ਹੋਣਗੇ ਪੇਟ ਦੇ ਵਿੱਚ ਜਦੋਂ ਤੁਸੀਂ ਖਾਣਾ ਖਾ ਕੇ ਔਰ ਸੌਣ ਦੇ ਵਿੱਚ ਡਿਊਰੇਸ਼ਨ ਨੂੰ ਆਪਣਾ ਬੈਲੈਂਸ ਨਹੀਂ ਕਰਦੇ ਹੋ। ਉਸ ਦੇ ਵਿੱਚ ਇਨਫ ਸੌਣ ਦੇ ਵਿੱਚ ਔਰ ਖਾਣੇ ਦੇ ਵਿੱਚ, ਰਾਤ ਦੇ ਡਿਨਰ ਦੇ ਵਿੱਚ ਘੱਟੋ ਘੱਟ 3 ਘੰਟੇ ਦਾ ਡਿਫਰੈਂਸ ਹੋਣਾ ਚਾਹੀਦਾ। ਤਦ ਹੀ ਆਪਣਾ ਜਿਹੜਾ ਸਟਮਕ ਐਸਿਡਸ ਹੈ ਉਹ ਪ੍ਰੋਪਰਲੀ ਸਵੇਰ ਤੱਕ ਆਪਾਂ ਨੂੰ ਫਰੈਸ਼ ਕਰ ਸਕਦੇ ਹਾਂ। ਜਿਵੇਂ ਕਿ ਸਰਟੀਫਾਈਡ ਯੋਗਾ ਇੰਸਟ੍ਰਕਟਰ ਅਮਨ ਸੂਦ ਦੇ ਵੱਲੋਂ ਇੱਥੇ ਜਾਣਕਾਰੀ ਦਿੱਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਥੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਹਨਾਂ 14 ਦਿਨ ਦੇ ਸਮੇਂ ਨੂੰ ਤੁਸੀਂ ਸੁਖਾਲੇ ਤਰੀਕੇ ਨਾਲ ਕੱਟ ਸਕਦੇ ਹੋ, ਕਿ ਜਿਹੜੀਆਂ ਮੁੱਖ ਗੱਲਾਂ ਦੱਸੀਆਂ ਗਈਆਂ ਨੇ ਉਹਨਾਂ ਦਾ ਧਿਆਨ ਰੱਖ ਕੇ ਥੋੜ੍ਹਾ ਸਮਾਂ ਐਕਸਰਸਾਈਜ਼ ਕਰਕੇ ਤੇ ਆਪਣੇ ਜੋ ਸਰੀਰਕ ਤੌਰ ਦੇ ਉੱਤੇ ਤੇ ਮਾਨਸਿਕ ਤੌਰ ਦੇ ਉੱਤੇ ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਉਮੀਦ ਹੈ ਕਿ ਇਸ ਦੇ ਨਾਲ ਤੁਹਾਨੂੰ ਇਹ ਮਦਦਗਾਰ ਵੀ ਸਾਬਤ ਹੋਵੇਗਾ। ਤੇ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਜੇਕਰ ਕੋਈ ਮੈਡੀਕਲ ਕੰਡੀਸ਼ਨ ਹੈ ਕਿ ਕਿਸੇ ਦੀ ਕੋਈ ਦਵਾਈ ਚੱਲ ਰਹੀ ਹੈ ਜਾਂ ਪਹਿਲਾਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਹੈ, ਤਾਂ ਜੇਕਰ ਇਸ ਦੇ ਵਿੱਚੋਂ ਕੋਈ ਵੀ ਸਲਾਹ ਤੁਸੀਂ ਲੈਣੀ ਹੈ, ਤੁਸੀਂ ਆਪਣੇ ਡਾਕਟਰ ਦੇ ਨਾਲ ਵੀ ਇੱਕ ਵਾਰ ਗੱਲਬਾਤ ਜ਼ਰੂਰ ਕਰੋ। ਇਸ ਨਾਲ ਹੀ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਮਦਦਗਾਰ ਸਾਬਤ ਹੋਈ ਹੋਵੇਗੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।